एक बहुत ही ईमानदार ਅਤੇ सच्ची सुच्ची शख्सियत के मालिक साबका सरपंच सरदार सिकंदर सिंह हुणा ने अपना समुचा जीवन परमात्मा दे लड़ लग के बसर किया। आप जी बहुत ही नेक ख्यालों दे ਅਤੇ संस्कारी इंसान सन। परमात्मा दे घर प्रति बहुत ही सच्चे श्रद्धावान सन ਅਤੇ हर एक गरीब ਅਤੇ दीन दुखिया दी मदद आप जी हमेशा ही तनो मनो ते तनो करिया करते सन। आप जी दे किरत ਅਤੇ चंगे संस्कारां दा लाया बोटा मौजूदा समय विच आप जी दे परिवार विच प्रफुल्लित हो रहा है। आप जी दा समुचा परिवार बहुत ही मिठ बोलड़ा परिवार है ਅਤੇ परमात्मा दे पानी विच रहने वाला परिवार है। आप जी दे बच्चे बहुत ही नेक हन, संस्कारी हन। सरदार सिकंदर सिंह जी हुणा ने पिंड भाम दे विकास लई बहुत ही अहम योगदान अदा किया। सरदार सिकंदर सिंह हुणा दी याद विच एक धार्मिक समागम दा आयोजन उन्हां दे समूह परिवार वल्लों उन्हां दे गृह पिंड भाम जिला गुरदासपुर विखे करवाया गया, जिस विच रागी ਸਿੰਘਾਂ ਵੱਲੋਂ कीर्तन दी हाजरी लगवाई ਅਤੇ आईयां होईयां समूह संगतां नूं उस परम पिता परमात्मा दे चरनां नाल जोड़िया।
इस सफर के साढ़े सारे के बैठने के दो कारण हैं। एक कारण है साडा समूह कारज, एक है साडा निजी। समूह कारज दे विच असीं अरदास करनी है, देव सज्जन आसीसड़ियां जो होवे साहिब सुन। जिहड़ा साडा निजी कारज है ਉਹਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੀ ਸਵੈ ਪੜਚੋਲ ਕਰਨੀ ਹੈ। ਅੱਜ ਅਸੀਂ ਇੱਕ ਤਸਵੀਰ ਦੇ ਵਿੱਚ ਉਸ ਆਜ਼ੀਮ ਸ਼ਖਸੀਅਤ ਨੂੰ ਵੇਖਦੇ ਪਏ ਹਾਂ, ਜਿਹੜੀ ਸ਼ਖਸੀਅਤ ਸਾਡੇ ਨਾਲ ਆਪਣੀ ਜ਼ਿੰਦਗੀ ਦੇ ਕੀਮਤੀ ਪਲ ਜਿਉ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਈ ਹੈ। ਅੱਜ ਉਹ ਸਾਡੇ ਅੰਦਰ ਨਹੀਂ, ਪਰੰਤੂ ਉਸ ਆਜ਼ੀਮ ਸ਼ਖਸੀਅਤ ਦੀਆਂ ਹਮੇਸ਼ਾ ਯਾਦਾਂ ਸਾਡੇ ਅੰਦਰ ਰਹਿਣਗੀਆਂ। ਅਸੀਂ ਉਹਨਾਂ ਨੂੰ ਆਪਣੇ ਅੰਦਰ ਹਮੇਸ਼ਾ ਵਾਸਤੇ ਜਿਉਂਦੇ ਰੱਖ ਸਕਦੇ ਹਾਂ, ਉਹਨਾਂ ਦੀਆਂ ਯਾਦਾਂ ਦੇ ਜ਼ਰੀਏ। ਪਰੰਤੂ ਗੁਰੂ ਕੀ ਸਾਧ ਸੰਗਤ ਦੇ ਦੂਜਾ ਕਾਰਨ ਜਾਂ ਦੂਜਾ ਕਾਰਜ ਸਾਡੀ ਆਉਣ ਵਾਲੀ ਵਰੇਸ, ਸਾਡੀ ਆਉਣ ਵਾਲੀ ਕਾਰਬਲਾ, ਸਾਡੀ ਆਉਣ ਵਾਲੀ ਉਮਰ ਜਿਹੜੀ ਅਜੇ ਅਸੀਂ ਭੋਗਣੀ ਹੈ, ਜਿਸ ਦਾ ਸਾਨੂੰ ਪਤਾ ਕੋਈ ਨਹੀਂ। ਹਮ ਆਦਮੀ ਹਾਂ ਇੱਕਦਮੇ ਮੁਹਲਤ ਮੌਤ ਨਾ ਜਾਣ। ਇੱਕਦਮ ਦੇ ਅਸੀਂ ਸਾਰੇ ਕੰਮ ਬੈਠੇ ਹਾਂ।
ਸਾਹਾਂ ਦੀ ਪ੍ਰਣਾਲੀ ਇਹ ਲਗਾਤਾਰ ਚੱਲਦੀ ਹੈ। ਵਿਅਕਤੀ ਹੈ, ਇਨਸਾਨ ਹੈ। ਸਾਹਾਂ ਦੀ ਪ੍ਰਣਾਲੀ, ਸਾਹਾਂ ਦੀ ਲੜੀ, ਸਾਹਾਂ ਨੇ ਆਪਣਾ ਕਰਮ ਕਰਨਾ ਬੰਦ ਕਰ ਦਿੱਤਾ ਤੇ ਮਾਨੋ ਇਹ ਇਨਸਾਨ ਨਹੀਂ ਰਹਿ ਜਾਂਦਾ, ਇਹ ਇੱਕ ਮਿੱਟੀ ਦੀ ਢੇਰੀ ਬਣ ਜਾਂਦਾ। ਅਸੀਂ ਉਸ ਮਿੱਟੀ ਦੀ ਢੇਰੀ ਬਣਨ ਤੋਂ ਪਹਿਲਾਂ ਸਤਿਕਾਰਯੋਗ ਭਾਈ ਪ੍ਰਭਜਿੰਦਰ ਸਿੰਘ ਜੀ ਜਾਂਦਿਆਂ ਸ਼ਬਦ ਪੜ੍ਹ ਕੇ ਗਏ ਪੰਕਤੀਆਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਪਰੀ। ਇਸ ਮਰਕਜ਼ ਤੱਕ ਪਹੁੰਚਣ ਦਾ ਅਸੀਂ ਵੀ ਯਤਨ ਕਰਨਾ। ਇਹ ਸਾਡਾ ਆਪਣਾ ਨਿੱਜੀ ਸਾਡਾ ਘਰ ਹੈ। ਗੁਰਮਤਿ ਵਿਚਾਰਾਂ ਦੀ ਆਰੰਭਤਾ ਦੇ ਨਾਲ ਆਓ ਗੁਰੂ ਕੀ ਸਾਧ ਸੰਗਤ ਦੀ ਅਸੀਂ ਜ਼ਿੰਦਗੀ ਦੇ ਸਫ਼ਰ ਦੇ ਉੱਤੇ ਚੱਲਦੇ ਹਾਂ। ਮਨ ਕਰਕੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੈਂ ਦੋ ਸ਼ਬਦਾਂ ਦੇ ਹਵਾਲੇ ਆਪ ਜੀ ਦੇ ਨਾਲ ਸਾਂਝੇ ਕਰਾਂਗਾ। ਵਿਅਕਤੀ ਦਾ ਜੀਵਨ ਕਿਵੇਂ ਸ਼ੁਰੂ ਹੁੰਦਾ ਹੈ ਔਰ ਕਿੱਥੇ ਤੱਕ ਜਾਂਦਾ ਹੈ। ਅੱਜ ਅਸੀਂ ਇੱਕ ਉਸ ਵਿਅਕਤੀ ਦੇ ਅਰਦਾਸ ਸਮਾਗਮ ਵਿੱਚ ਪਹੁੰਚੇ ਜਿਹੜਾ ਆਪਣੀ ਜ਼ਿੰਦਗੀ ਦਾ ਬੰਦ ਖਤਮ ਕਰਕੇ ਉਸ ਮਰਕਜ਼ ਤੱਕ ਪਹੁੰਚ ਚੁੱਕੇ ਹੈ। ਸੰਸਾਰੀ ਤੌਰ ਤੇ ਉਸ ਮਰਕਜ਼ ਤੱਕ ਪਹੁੰਚ ਚੁੱਕਿਆ ਜਿਸ ਮਰਕਜ਼ ਤੱਕ ਅਸਾਂ ਵੀ ਉੱਥੇ ਜਾਣਾ ਦੀ ਗੱਲ ਅਸੀਂ ਪੜ੍ਹਦੇ ਹਾਂ। ਜਾਂ ਅਸੀਂ ਪੜ੍ਹਦੇ ਹਾਂ ਸਭਨਾ ਸਹੁਰੇ ਮੰਜਣਾ ਸਭ ਕਲਾਵਣ ਹਾਰ, ਇਹ ਸਾਰੇ ਇੱਥੋਂ ਜਾਣੇ ਨੇ। ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ। ਬੜੇ ਹੰਕਾਰੀ ਵਿਅਕਤੀ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਹੰਕਾਰ ਸੀ, ਇੱਕ ਦਿਨ ਉਹ ਵੀ ਮਿੱਟੀ ਦੀ ਢੇਰੀ ਦੇ ਅੰਦਰ ਤਬਦੀਲ ਹੋ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਕਰਤੇ ਦੀ ਇੱਕ ਖੇਡ ਹੈ, ਉਹਨੇ ਜੋ ਕੁਝ ਬਣਾਇਆ ਉਹਦਾ ਨਾਸ਼ਵਾਨ ਹੋਣਾ ਵੀ ਨਿਸ਼ਚਿਤ ਹੈ। ਇੱਥੋਂ ਤੱਕ ਜਿਸ ਧਰਤੀ ਦੇ ਉੱਤੇ ਅਸੀਂ ਬੈਠੇ ਹਾਂ ਇਹ ਧਰਤੀ ਵੀ ਘਟਣੀ ਹੈ, ਇਹ ਧਰਤੀ ਨੇ ਵੀ ਖਤਮ ਹੋਣਾ ਹੈ। ਚਮਕਦਾ ਹੈ ਸੂਰਜ, ਇੱਕ ਦਿਨ ਇਹਦੀਆਂ ਵੀ ਰੋਸ਼ਨਾਈਆਂ ਦੇਣ ਵਾਲੀਆਂ ਕਿਰਨਾਂ ਖਤਮ ਹੋ ਜਾਣੀਆਂ ਨੇ, ਇਹਨਾਂ ਨੇ ਵੀ ਆਪਣਾ ਅਸਰ ਦੇਣਾ ਬੰਦ ਕਰ ਦੇਣਾ ਹੈ। ਇਹ ਚੰਦਰਮਾ, ਗ੍ਰਹਿ, ਨਛੱਤਰ, ਹਰੇਕ ਚੀਜ਼ ਸੰਸਾਰ ਤੋਂ ਬਾਹਰ ਬ੍ਰਹਿਮੰਡ ਦੇ ਅੰਦਰ ਜੋ ਵੀ ਪਸਾਰਾ ਪਸਰਿਆ ਹੈ, ਕੀਤਾ ਪਸਾਓ ਏਕੋ ਕਵਾਓ। ਜੋ ਕੁਝ ਉਹਨੇ ਪਸਾਰਿਆ ਹੋਇਆ ਉਹ ਅੱਖ ਫੋਰ ਦੇ ਵਿੱਚ ਸਾਰੇ ਨੂੰ ਇਕੱਤਰ ਕਰਨ ਦੀ ਸਮਰੱਥਾ ਰੱਖਦਾ, ਖਤਮ ਕਰ ਦਿੰਦਾ। ਸਿਲਸਿਲੇਵਾਰ ਸਾਰਾ ਕੁਝ ਖਤਮ ਹੁੰਦਾ ਹੈ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਵਿਅਕਤੀ ਇਸ ਮਸਲੇ ਅੰਦਰ ਪੈ ਕੇ ਆਪਣਾ ਜੀਵਨ ਉਲਝਾਏ ਨਾ। ਇਸ ਕਰਕੇ ਸਾਹਿਬ ਕਹਿੰਦੇ ਨੇ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਨ। ਇਹ ਵਿਅਕਤੀ ਦੀ ਅਸਲ ਮਰਕਜ਼ ਦੀ ਉਹ ਮੁਕਾਮ ਹੈ ਜਿੱਥੇ ਇਹਨੇ ਪਹੁੰਚਣਾ। ਪਰੰਤੂ ਗੁਰੂ ਕੀ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਅਕਤੀ ਦੇ ਹਰੇਕ ਪੱਖ, ਭਾਵੇਂ ਉਹ ਜਨਮ ਦਾ ਹੋਵੇ, ਭਾਵੇਂ ਉਹ ਇਹਦੇ ਜੀਵਨ ਦਾ ਪੱਖ ਹੋਵੇ, ਭਾਵੇਂ ਉਹ ਇਹਦੀ ਮੌਤ ਦਾ ਪੱਖ ਹੋਵੇ, ਤੇ ਅਨੇਕਾਂ ਉਹ ਪੱਖ ਜਿਹੜੇ ਵਿਅਕਤੀ ਕਦੀ ਆਪਣੇ ਜ਼ਿਹਨ ਮੰਡਲ ਅੰਦਰ ਲਿਆਉਂਦਾ ਹੀ ਨਹੀਂ, ਉਹਨਾਂ ਪੱਖਾਂ ਦਾ ਵੀ ਵਿਸਥਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਕੀਤਾ ਗਿਆ। ਆਪ ਜੀ ਜਿਤਨੇ ਬਾਣੀ ਪੜ੍ਹਨ ਵਾਲੇ ਬੈਠੇ ਹੋ ਸਤਿਕਾਰਯੋਗ ਵਿਦਵਾਨ ਸੱਜਣ ਵਿੱਚ ਬੈਠੇ ਨੇ। ਮਾਝ ਕੀ ਵਾਰ ਜਦੋਂ ਅਸੀਂ ਪੜ੍ਹਦੇ ਆ ਨਾ, ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਬਾਰਕ ਰਸਮਾਂ ਤੋਂ ਉਚਾਰਨ ਕੀਤੀ ਹੋਈਆਂ ਵਿੱਚ ਦੋ ਪੌੜੀਆਂ, ਦੋ ਸ਼ਬਦ ਨੇ। ਇਹਨਾਂ ਦੋਵਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਇੱਕ ਵਿੱਚ ਵਿਅਕਤੀ ਦੇ ਕਰਮਾਂ ਦਾ ਜ਼ਿਕਰ ਕਰਦੇ ਨੇ, ਦੂਸਰੇ ਵਿੱਚ ਵਿਅਕਤੀ ਦੀ ਉਮਰ ਦਾ ਜ਼ਿਕਰ ਕਰਦੇ ਨੇ। ਮੈਂ ਦੋਵੇਂ ਤੁਹਾਡੇ ਨਾਲ ਸੰਖੇਪ ਵਿੱਚ ਸਾਂਝੇ ਕਰਾਂਗਾ। ਔਰ ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਵੇਖਣਾ, ਸਾਡੀ ਜ਼ਿੰਦਗੀ ਕਿਵੇਂ ਬਤੀਤ ਹੁੰਦੀ ਜਾ ਰਹੀ ਹੈ ਔਰ ਅਸੀਂ ਦਿਨ ਪ੍ਰਤੀ ਦਿਨ ਉਸ ਮਰਕਜ਼ ਵੱਲ ਨੂੰ ਵਧਦੇ ਜਾ ਰਹੇ ਹਾਂ ਜਿਸ ਮਰਕਜ਼ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਿਕੰਦਰ ਸਿੰਘ ਜੀ ਚਲੇ ਗਏ। ਅਸੀਂ ਜਾ ਰਹੇ ਹਾਂ, ਸਾਰੀ ਆਪਣੀ ਵਾਰੀ ਨਾਲ ਉਧਰ ਨੂੰ ਜਾ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਮਾਝ ਕੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤਮਈ ਬਚਨ ਨੇ। ਕਹਿੰਦੇ ਜਿਸ ਵਕਤ ਬੱਚਾ ਪੈਦਾ ਹੁੰਦਾ ਹੈ ਨਾ ਸੰਸਾਰ ਦੇ ਵਿੱਚ, ਅਸੀਂ ਸਾਰੇ ਇਸ ਘਟਨਾਕ੍ਰਮ ਨੂੰ ਜਾਣਦੇ ਹਾਂ। ਬੱਚੇ ਦੇ ਪੈਦਾ ਹੋਣ ਨੂੰ, ਅੰਦਰ ਦੀ ਭੁੱਖ ਨੂੰ, ਉਹਦੇ ਰੋਣ ਨੂੰ ਅਸੀਂ ਸਾਰਾ ਕੁਝ ਮਹਿਸੂਸ ਕਰਦੇ ਹਾਂ। ਬੱਚਾ ਪੈਦਾ ਹੁੰਦਾ ਹੈ ਸੰਸਾਰ ਦੇ ਵਿੱਚ, ਉਹਨੂੰ ਨਹੀਂ ਪਤਾ ਇਹ ਮੇਰੀ ਮਾਂ ਹੈ, ਬੱਚੇ ਨੂੰ ਇਹ ਵੀ ਨਹੀਂ ਪਤਾ ਇਹ ਮੇਰਾ ਬਾਪ ਹੈ। ਬਸ ਉਹਨੂੰ ਅੰਦਰ ਦੀ ਇੱਕ ਵਿਅਕਲਤਾ, ਅੰਦਰ ਦੀ ਭੁੱਖ ਉਹ ਰੋਣ ਤੇ ਮਜਬੂਰ ਕਰਦੀ ਏ। ਤੇ ਸਭ ਤੋਂ ਪਹਿਲੀ ਵਾਰ ਉਹਦੇ ਬੁੱਲਾਂ ਦੇ ਨਾਲ, ਉਹਦੇ ਲਬਾਂ ਦੇ ਨਾਲ ਦੁੱਧ ਉਹਦਾ ਸਪਰਸ਼ ਹੁੰਦਾ। ਬਸ ਬੱਚੇ ਦੇ ਅੰਦਰ ਨੂੰ ਧਿਰਦਾ ਵੱਜ ਗਈ ਕਿ ਮੇਰੇ ਅੰਦਰ ਨੂੰ ਸਕੂਨ ਹੋ ਗਿਆ, ਮੇਰੇ ਪੇਟ ਦੀ ਅੱਗ, ਮੇਰੇ ਪੇਟ ਦੀ ਭੁੱਖ ਇਹ ਤ੍ਰਿਪਤ ਹੋ ਗਈ। ਬੱਚਾ ਵੀ ਸ਼ਾਂਤ ਹੋ ਜਾਂਦਾ ਹੈ।
ਸਾਹਿਬ ਗੁਰੂ ਗ੍ਰੰਥ ਸਾਹਿਬ जी की बाणी अंदर उस समय के घटनाक्रम को लिखिया कि यह सब तो पहला प्यार है। ਸਾਹਿਬ ਗੁਰੂ ਨਾਨਕ ਦੇਵ जी लिखते ने पहले प्यार लगा थण दुध। सब तो पहला उदों नहीं पता मेरी माँ है, उदों ये नहीं पता मेरा बाप कौन है, मेरी माँ कौन है, चाचियां ताइयां भैणां भरावां दा कुछ नहीं पता। बस जो दुध वो मूँह दे विच पैंदा है उहदे पेट के अंदर जाके आसरा करदा है ते व्यक्ति दा बच्चे दा स्नेह दुध दे नाल लग जांदा है। देण वाला कोई होवे कोई मसला नहीं। फिर पता लगता है मेरी माँ है जिहड़ी मैनूं रोजाना अपने तन को सीर देंदी है, ये मेरी माँ है। पहले प्यार लगा थण दुध, दूजे माए बाप की सुध। फिर व्यक्ति नूं माँ की समझ आई, पिता का पता लगना शुरू होया, ये मेरा पिता है, ये मेरी माँ है। उन्हां दे नाल मुहब्बत पैनी शुरू हो जाती है। तीजे भैया भाभी भेव भैणां भरावां दी समझ आई, चाचियां ताइयां दा पता लगा। दौड़ दौड़ के हरेक पल नूं जांदा, निक्के निक्के कदम धरती दी लंबाई मापण वास्ते वो भज्जे फिरदे। मोह दीआं तंदां इहनूं उलझाउण लग पैंदियां। ये जिंदगी है। असीं इसे तरह अपनी जिंदगी जिउंदे हां जी। पहले प्यार लगा थण दुध, दूजे माए बाप की सुध, तीजे भैया भाभी भेव, चौथे प्यार उपन्नी खेड। फिर मुहब्बत का सिलसिला ऐसा शुरू होता है, सारियां दा पता लग जाता है। बचपन है, पता है कि मेरा चाचा ये बाहर चलिया, बस रोंदा कि तेरे नाल जावांगा, ये प्यार का सिलसिला है। माँ चली है, रोंदा कि मैं माँ दे नाल जावांगा, प्यार का सिलसिला है। पिता बाहर चलिया, बच्चा उच्ची उच्ची रोंदा कि नहीं मैं अब्बा तेरे नाल जाना, ये मोह है। एक पल का विछोड़ा भी बर्दाश्त नहीं, एक पल की जुदाई भी वो जरदा नहीं। चौथे जदों चौथी अवस्था आई, भैणां भरावां दी सोची आई, प्यार की खेड शुरू हुई। साहब ने किड्डे विस्तार दे नाल सारियां गल्लां साडे सामने रखियां। पहले प्यार लगा थण दुध, दूजे माए बाप की सुध, तीजे भैया भाभी भेव, चौथे प्यार अपनी खेड, पंजवें खान पीन की धात, छेवें काम न पूछा जात। खाना पीना सारे स्वाद माणदा है, एक दूसरे कोलों बच्चा खोह के खांदा है, नहीं मैं खावांगा। भैणां भरावां कोलों खोह के खाना शुरू करदा है ते इह खोह के खाण दी लालसा इन्नी वध जांदी है कि मूँह दे दंद घस घस के टुट भी जांदे ने, पर खोह के खाण दी लालसा खत्म नहीं होंदी। पंजवें खाण पीन की धात, छेवें काम न पूछे जात। व्यक्ति ने अपनी जिंदगी के सारे रस मानने शुरू कर देता है, जवानी आ जाती है। सतवें सांझ किया घर वास, जिथे असी तकरीबन सारे बैठे हुए। एक दिन ऐसा आता है कि धार्मिक रौह रीतां के अनुसार व्यक्ति का घर अंदर वसेबा करवा दिता जाता है। कोई मुंदी पा के कर लेंदा है, कोई वरमाला पा के कर लेंदा है, कोई कबूल है कह के कर लेंदा है। ते गुरु के सिख नूं यह हुक्म कीता है कि गुरु दीआं परिक्रमा करके वो घर अंदर गृहस्थी जीवन अंदर वो प्रवृत्त हो जाता है। सतवें सांझ किया घर वास, घर अंदर वसेबा होया और इन्नियां उलझणां वध गईयां, इन्ने गृहस्थ दे जंजाल वध गए। हर समय मत्थे दे उत्ते तिउड़ी, हर समय मत्थे दे उत्ते गुस्सा चढ़िया रहिंदा है, हर समय मोह दे जंजाल अंदर फसिया होया व्यक्ति अपनी जिंदगी नूं जिउणा शुरू कर दिंदा है। आदि पुत्रताम चरण कमल में अरदास बिनती जोगी है जिहा लिखिया एव ममलाय कसैदारा नानका सत्य उठी जय नमस्कार नरक विक्रम पैसा पैसा तंत्र समझ जिंदगी आराम विश्वासनी पूरी बरसत की किसी श्वासन में पूरी हो करके आज ने भाग्य मांझा परिवार जिमी में सोचा दे के पास रही उन्नत आत्म शांति निरुक्त कल्याण के घर परिवार सुख शांति वास्ते समूह परिवार का सुख आप जे पुत्र पावन चरणा कमल का उदासा जाकर के बाबा से प्राण पाठ करवाई संपूर्ण भोगों प्रफुल्ल डाल देते आत्मी संतान दर्शन दायरे के नाम के कार्तिक में कीर्तन प्रधान नंद जब दिया जाए कि हमारे नाम अनुसार
आप जी हजूर में कीर्तन होया कथा चारा दुनिया में कथा घाटा तो बुद्धवाद करने दी भला से विश्वडी नूर बसो करना गुरमुख प्यारे के संसार में यात्रा करते हैं कई प्रकार की गलतियां हुई हैं भल्या के बाप बसो करने एडिया गंगा का विचार करके अपने चरणों का नवाज बसो करना विश्व परिवार का बसो करना के पास आई आनंद बलवती बसो करने घर परिवार सुख शांति बसो करने बच्चे चढ़ने कला कर गया हर जगह हर गंगा पत्थर बसो करने के भाई भाई कर चल के आया है गरीब निवास गुरु जी का जन्म मुकद्दर लेके के गंगा के फूल पर टाका परवार करने के ऐसा जग जगदाय है करना दसवीं मर्यादा अनुसार गुरु प्रभाव आप जी हजूर पंचम कड़ा प्रसाद दे दिया जाता देखा जाता नाम पड़ता भला करके जी बात बसो करने करो करता सदी के गुरु को भोगा सकल प्रसाद संतान चरताउंडिया जा बसो करने सुख रतौनी पाना में बल बुद्धि बसो करने के वास बसो करना के पास करो करता ओ गंगा में बसो गंगा में चले आया बसो करो जी से प्यारा वाला गंगा में प्रदान देते आ रहा है नाथ नाम करने चला तेरे वाहिगुरु जी का खालसा वाहिगुरु जी की फतेह अवरा सीगल को दाता सुमन साल कोई गोरदान पकड़ को भक्त दरदा कोई अवरा सीगल को दाता सुमन साल कोई गोरदान पकड़ को भक्त दरदा कोई मेरे मन जाता गोपाल रसोई जारा शरण प्यास बजे बाहर कना होई रहा वडा सारा संतरात तिन पेट करवत खोई इनकी तूरा नाम दास बासे ये कहा राम दे रोई वडा सारा संतरात तिन पेट करवत खोई इनकी तूरा नाम दास बासे ये कहा राम दे रोई श्री गुरु ग्रंथ महाराज जी के प्रताप विष्णु संगत सारे भले पांडाल हो जिहा लिखे तुम कमाए कले आना का सब की जय मामा संसार सज्जन से सज्जन का मित्र परिवार के मुर्गी दादा का विद्वान संगठन सिंह नमस्कार जिन लोगों पर लोगा संगठन को प्यारे परिवार का सब गुरुदाई का समझते हैं आज सारे परिवार के नाल दो दोनों वास्ते पाई अकत्र हुए हो स्वतंत्र सिंह की अंतिम अरदास देने के शान हुए हो गुरु पातशाह जी तेरा बेटी की जगह के वास्ते गुरु ऋषि हरि को संसार की यात्रा करके कई प्रकार की बदल की हुई होंगी तो ले माफी कसर करने में क्या गंदा विचार करके अपने चर्चा तमाम वास्तव सुन करना घर परिवार सुख शांति बसुर करने के कला करने में बच्चे अपने पिता के पाए गुरु के चरण आधार बसुर करने में सुख शांति करते कला बसुर करने होना है
सरदार हरदयाल सिंह महान उपसम का काम विचार करके संगत का धन्यवाद करेंगे। फिर अगला समा जोड़ा ढाई कड़ा प्रसाद की बिरताई जानी है कि उपरंत गुरु का साथ श्लोका सा होने सलखन संग विहार कृष्ण कोई पंपन भाई हुक्म है राजा बनो तो वो अपने कुछ विचार करेंगे वो तो तंत्र मेरे समय में खाता कड़ा प्रसाद की बिरताई जानी है। आप अपने संचार के राजा के आखिर वाहिगुरू का खालसा वाहिगुरू की फतेह। बाबा की बाणी का प्रमाण है सबला सौरे वजना सब मुगला हार। जदों कोई ऐसा भाना वापस जाता है उदों से आम तौर पर शब्द बदलते हैं कि ये भाना वापस पड़ गया। गुरु साहब ने सानू बाणी आख्या है बंदिया जदों तेरा जन्म होया ना उदों भी उहदा भाना ही सी। उहदे भाणे विच बंदा जन्म तो लेके मरना कर चलता है जां उस भाणा दा जन्मिया परिवार पला पाया उहदे भाणे विच जो आया है भाणे विच चलिया गया। जन्म तो लेके मौत तक का जिहड़ा सफर है वो बंदे की जिंदगी का निचोड़ है। जदों कोई इंसान संसार पर चलिया जाता है ਉਹਦੇ ਸੰਸਕਾਰ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਉਹਦੇ ਭੋਗ ਤੇ ਜਿਹੜੀਆਂ ਗੱਲਾਂ ਆਵਾਜ਼ ਨੂੰ ਗਾਣ ਕੇ ਕਰਦੇ ਨੇ ਉਹ ਬਿਲਕੁਲ ਸਜਾਈ ਹੋਈ ਤੇ ਬੰਦੇ ਦੀ ਜ਼ਿੰਦਗੀ ਦਾ ਸਿੱਧਾ ਹੁੰਦਾ। ਬਾਬਾ ਫਰੀਦ ਜੀ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕੀਤੀ ਹੈ। ਸਾਰੀ ਜ਼ਿੰਦਗੀ ਉਹਨਾਂ ਨੇ ਦੁਨੀਆ ਦੇ ਇਤਿਹਾਸ ਨੂੰ साढ़े अपने सिख इतिहास को पूजिया लिखिया पढ़िया गाया और दो लाइनां लिखते ने वो कहते शीतल सदा जहान के जीवन दा हो जिहदा मर गया ने पिछों जस कुछ बंदे इलाके में कुछ बंदे पिंडां में ऐसे नेक जमदे ने जिहड़े इलाके दी शान हुंदे ने जिहड़े पिंडां दी शान हुंदे ने जे राजनीति पिंड विच होण सच्ची सुची राजनीति करते हैं। जे समाज सेवा होना दुनिया के लोगों को नमस्कार करते हैं कि हो जाते हैं। जो धार्मिक क्षेत्र में होना वड्डियां मत्तां मार के अपनी कौम का मान मानते हैं। पाजी लखा सिंह के सुपुत्र परमजीत सिंह ते सिकंदर सिंह वो साऊ पुत्र बापू दे जिन्होंने जिंदगी के जन्म तो लेके सारी जिंदगी कोई ऐसा काम नहीं किया जिहदे नाल उन्हां दी बापू की पग ते दाग आया। याद रखो माड़े काम करन नाल बापू की पग दी दाग लग जाती है। बंदा खुद भी अपनी पग ते कई कलंक लगा लैंदा है। इस परिवार ने समाज सेवा में भी हिस्सा लिया। इस परिवार ने राजनीति में भी हिस्सा लिया है। इस परिवार ने पंथ की सेवा भी की है। जे पंथ ते मुसीबत पई उन्हां मुसीबत के दिनां इस परिवार ने अपने पिंडे उत्ते बड़े बड़े दुख हटाए। माया साहब वीर परमजीत सिंह कोल वीर सिकंदर सिंह का अफसोस करने वास्ते उन्होंने बहुत अपने जीवन का ऐसा दसिया जिहदे विच कुछ दुख साडे परिवार नूं मैनूं भी हटाउणा पिया। मैंने कुछ पुरानी यादां दसियां। बहुत सारिया सत्कारयोग हस्तियां रिश्तेदार सज्जन मित्र धार्मिक हस्तियां राजनीतिक हस्तियां सत्कारयोग समाज सत्कार पाउण वाली हस्तियां इत्थे पहुंचियां ने। मैं सब तो पहला पाजी होरां नूं बेनती करांगा सरदार कनवर सिंह जी साबका चेयरमैन मार्केट कमेटी उन्होंने बेनती करांगा कि सब तो पहला आके विछड़े हुए नौजवानों और नौजवान
ਜਿਹੜਾ ਸਾਡੇ ਇਲਾਕੇ ਦੀ ਸ਼ਾਨ ਸੀ, ਉਹ ਨੌਜਵਾਨ ਜਿਹੜਾ ਇਸ ਨਗਰ ਦੀ ਸ਼ਾਨ ਸੀ, ਉਹ ਨੌਜਵਾਨ ਜਿੱਥੇ 4 ਬੰਦਿਆਂ ਵਿੱਚ ਖੜੋਂਦਾ ਸੀ, ਉੱਥੇ 4 ਚੰਨ ਲਾਉਂਦਾ ਸੀ। ਪਤਾ ਲੱਗਦਾ ਸੀ ਕਿਸੇ ਬਾਬੂ ਨੇ ਗੱਭਰੂ ਪੁੱਤ ਪਾਲਿਆ, ਉਹਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮੈਂ ਸਮਝਦਾ ਵੀਰ ਪਰਮਜੀਤ ਸਿੰਘ ਨੂੰ ਬਹੁਤ ਵੱਡਾ ਘਾਟਾ ਪਿਆ। ਬਾਣੀ ਦੀਆਂ ਅਟੱਲ ਸਚਾਈਆਂ ਆਜ ਸੱਚੀਆਂ ਨੇ। ਪਰਮਜੀਤ ਸਿੰਘ ਨੂੰ ਵੱਡਾ ਘਾਟਾ ਕਿਉਂ ਪਿਆ? ਮੈਂ ਕਹਿੰਦਾ ਬਾਣੀ ਦੀ ਇੱਕ ਪੰਕਤੀ ਹੈ, ਜੈਸੇ ਰਣ ਸਖਾ ਭਰਾ ਲੱਖ ਸੱਜਣ ਹੋਣ, ਲੱਖ ਰਿਸ਼ਤੇਦਾਰ ਹੋਣ, ਪਰ ਮੁਸੀਬਤ ਪੈ ਜਾਏ ਬੰਦੇ ਦੇ ਕੋਈ, ਜਿੱਥੇ ਭਰਾ ਕੇ ਹੋ ਜਾਂਦਾ ਕੋਈ ਨਹੀਂ ਖਲੋ ਸਕਦਾ। ਮਹਾਰਾਜਾ ਪ੍ਰਤਾਪ ਦੀ ਟੱਕਰ ਲੱਗੀ ਰਾਜੇ ਅਕਬਰ ਨਾਲ, ਮਰਦਾਂ ਦੀਆਂ ਟੱਕਰਾਂ ਲੱਗ ਜਾਂਦੀਆਂ। ਮਹਾਰਾਜਾ ਪ੍ਰਤਾਪ ਦਾ ਘਰ ਲੁੱਟਿਆ ਗਿਆ, ਮਹਾਰਾਜਾ ਪ੍ਰਤਾਪ ਦਾ ਖਜ਼ਾਨਾ ਲੁੱਟਿਆ ਗਿਆ, ਮਹਾਰਾਜਾ ਪ੍ਰਤਾਪ ਦੀਆਂ ਫੌਜਾਂ ਮਾਰੀਆਂ ਗਈਆਂ। ਮਹਾਰਾਜਾ ਪ੍ਰਤਾਪ ਘੋੜੇ ਦੇ ਸਵਾਰ ਇਕੱਲਾ ਹੀ ਖੜਾ ਸੀ, ਉਹਦੇ ਵੱਲ 4 ਬੰਦੇ ਹਥਿਆਰ ਲੈ ਕੇ ਵਧੇ। ਉਹਨਾਂ ਵਿੱਚ ਇੱਕ ਉਹਦਾ ਸਕਾ ਭਰਾ ਸੀ ਜਿਸ ਦਾ ਨਾਮ ਸੀ ਸ਼ਕਤੀ ਸਿੰਘ। ਸ਼ਕਤੀ ਸਿੰਘ ਨੇ ਇੱਕ ਫਕੀਰ ਦਾ ਸੱਜਣ ਦਾ ਕਤਲ ਕਰਤਾ ਸੀ ਤੇ ਮਹਾਰਾਜਾ ਪ੍ਰਤਾਪ ਨੇ ਉਹਨੂੰ ਘੂਰਿਆ ਸੀ। ਸੂਰਮਿਆਂ ਦਾ ਕੰਮ ਨਹੀਂ, ਉਹ ਸੰਤਾਂ ਦੇ, ਉਹ ਫਕੀਰਾਂ ਦਾ ਕਤਲ ਕਰੇ। ਮਹਾਰਾਜਾ ਪ੍ਰਤਾਪ ਦਾ ਭਰਾ ਸ਼ਕਤੀ ਸਿੰਘ ਆਪਣੇ ਭਰਾ ਨਾਲ ਰੁੱਸ ਕੇ ਉਹ ਵਿਰੋਧੀਆਂ ਦੀ ਫੌਜ ਵਿੱਚ ਜਾ ਕੇ ਭਰਤੀ ਹੋ ਗਿਆ ਸੀ। ਪਰ ਮਾਂ ਜਾਇਆ ਦਾ ਖੂਨ ਕਿੱਦਾਂ ਅਵਾਲਾ ਖਾ ਜਾਂਦਾ, ਮਾਂ ਜਾਇਆ ਦਾ ਖੂਨ ਕਿਤੇ ਨਾ ਕਿਤੇ ਕਿੱਦਾਂ ਬਾਹਰ ਆਉਂਦਾ ਹੈ। ਮੈਂ ਉਸ ਗੁਰਬਾਣੀ ਦੇ ਪ੍ਰਮਾਣ ਦੇ ਸਾਥ ਨੂੰ ਤੁਹਾਡੇ ਸਾਹਮਣੇ ਰੱਖਣਾ। ਵੀਰ ਪਰਮਜੀਤ ਸਿੰਘ ਨੂੰ ਘਾਟਾ ਪਿਆ, ਮੈਂ ਉਸ ਗੱਲ ਦੀ ਗੱਲ ਕਰਦਾ। ਭਰਾ ਉਦੋਂ ਯਾਦ ਆਉਂਦਾ ਕਿ ਵੱਡੀਆਂ ਮੁਸੀਬਤਾਂ, ਵੱਡੀਆਂ ਮੁਸ਼ਕਲਾਂ ਜ਼ਿੰਦਗੀ 'ਚ ਬਣਦੀਆਂ ਜਦੋਂ 4 ਬੰਦੇ ਮਹਾਰਾਜਾ ਪ੍ਰਤਾਪ ਵੱਲ ਵਧੇ। ਮਹਾਰਾਜਾ ਪ੍ਰਤਾਪ ਨੇ ਵੇਖਿਆ ਇੱਕ ਮੇਰਾ ਸਾਕਾ ਭਰਾ ਮੇਰੇ ਅੱਗੇ ਤਲਵਾਰ ਲੈ ਕੇ ਵਧਿਆ। ਮਹਾਰਾਜਾ ਪ੍ਰਤਾਪ ਨੇ ਆਖਿਆ, ਸ਼ਕਤੀ ਹਾਥ ਭਾਵੇਂ 100 ਆ ਜਾਣ, ਦੁਸ਼ਮਣ ਦੇ ਭਾਵੇਂ 1000 ਆ ਜਾਏ, ਮੈਨੂੰ ਕੋਈ ਪਰਵਾਹ ਨਹੀਂ, ਪਰ ਤੂੰ ਮੇਰਾ ਮਾਂ ਜਾਇਆ ਭਰਾ ਸਾਂ। ਬਸ ਮਹਾਰਾਜਾ ਪ੍ਰਤਾਪ ਦੇ ਮੂੰਹੋਂ ਗੱਲ ਨਿਕਲੀ, ਖੂਨ ਪੱਕਰ ਆਇਆ ਸ਼ਕਤੀ ਸਿੰਘ ਦਾ ਸਕੇ ਭਰਾ ਦਾ। ਘੋੜੇ ਨੂੰ ਛੇੜ ਕੇ ਮਹਾਰਾਜਾ ਪ੍ਰਤਾਪ ਵੱਲ ਖਲੋ ਕੇ ਸ਼ਕਤੀ ਸਿੰਘ ਨੇ ਆਖਿਆ, ਪ੍ਰਤਾਪ ਅਸੀਂ ਮਾਂ ਜਾਏ ਭਰਾ, ਇੱਕ ਮਾਂ ਦੇ ਸਿਰ ਤੋਂ ਜੰਮੇ ਹਾਂ, ਇੱਕ ਬਾਪ ਦੇ ਪੁੱਤਰ ਹਾਂ, ਦੋਵੇਂ ਇੱਕ ਪਾਸੇ ਹੋ ਕੇ ਲੜੇ, ਵਿਰੋਧੀਆਂ ਨੂੰ ਹਾਰ ਦੇ ਕੇ ਮਹਾਰਾਜਾ ਪ੍ਰਤਾਪ ਨੇ ਫਿਰ ਉਹ ਮੈਦਾਨ ਦੇ ਛੱਡਿਆ। ਜੈਸੇ ਰਣ ਮੈਂ ਸਖਾ ਭਰਾ। ਵੀਰ ਪਰਮਜੀਤ ਸਿੰਘ ਨੂੰ ਵੱਡਾ ਘਾਟਾ ਪਿਆ। ਅਸੀਂ ਜਿੰਨੇ ਜੋਗੇ ਹਾਂ ਸਾਰੇ ਪਰਮਜੀਤ ਸਿੰਘ ਦੇ ਹਰ ਦੁੱਖ ਸੁੱਖ ਵਿੱਚ ਖੜੇ ਹਾਂ, ਪਰ ਸਿਕੰਦਰ ਸਿੰਘ ਦੇ ਥਾਂ ਇਸ ਸੰਸਾਰ 'ਚ ਕੋਈ ਵੀ ਨਹੀਂ ਹੋ ਸਕਦਾ। ਹੁਣ ਮੈਂ ਬੇਨਤੀ ਕਰੂੰਗਾ ਕਿ ਸਰਦਾਰ ਕਰਵਰ ਸਿੰਘ ਜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਡੇ ਇਲਾਕੇ ਦੀ ਬਹੁਤ ਸਤਿਕਾਰਯੋਗ ਹਸਤੀ, ਉਹਨਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਆਣ ਕੇ ਨੌਜਵਾਨ ਪਰਮਜੀਤ ਸਿੰਘ ਭਰਾਵਾਂ ਨੂੰ ਸ਼ਰਧਾਂਜਲੀ ਦੇਣ। ਸਾਡੇ ਬਹੁਤ ਹੀ ਪਿਆਰਾ ਵੀਰ ਜੋ ਅੱਜ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਿਹਾ, ਆਸਾ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਗਿਣਤੀ ਦੇ ਵਿੱਚ ਵੱਡੇ ਮੇਰੇ ਭਰਾ ਨੇ ਭੈਣਾਂ ਬੈਠੀਆਂ ਹਨ। ਬਹੁਤ ਹੀ ਵੱਡੇ ਦੁੱਖ ਦੀ ਗੱਲ ਹੈ। ਮੇਰੇ ਤੋਂ ਪਹਿਲਾਂ ਸੈਕਟਰੀ ਸਾਹਿਬ ਨੇ ਪਰਿਵਾਰ ਬਾਰੇ, ਇਸ ਵੀਰ ਬਾਰੇ ਬਹੁਤ ਵਿਸਤਾਰ ਨਾਲ ਦੱਸਿਆ ਹੈ। ਕੁਛ ਵੀ ਕਹਿਣ ਨੂੰ ਜੀ ਨਹੀਂ ਕਰਦਾ, ਜਿਵੇਂ ਪਰਿਵਾਰ ਦਾ ਬਹੁਤ ਵੱਡਾ ਸਦਮਾ ਪਹੁੰਚਿਆ ਹੈ। ਇਹ ਦੋਵੇਂ ਭਰਾ ਹੀ ਬੜੀਆਂ ਪਿਆਰ ਵਾਲੀਆਂ ਰਹੀਆਂ। ਸਾਡੇ ਨਾਲ ਪੰਥਕ ਸੰਬੰਧ ਬਹੁਤ ਵਧੀਆ ਪਰਿਵਾਰ ਹੋਣ ਕਰਕੇ ਕਈ ਵਾਰੀ ਆਪਣੇ ਕੋਲ ਆਏ ਹਨ ਤੇ ਸੋ ਇਸ ਕਰਕੇ ਆਪਣੇ ਤੋਂ ਬਹੁਤ ਛੋਟੇ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਾ ਵੀ ਬੜਾ ਬਦਕਿਸਮਤੀ ਹੁੰਦਾ ਤੇ ਮੌਤ ਦੀ ਨਜ਼ਦੀਕ ਦਿਸਣ ਲੱਗ ਪੈਂਦੀ ਹੈ। ਸਮੇਂ ਦਾ ਪਤਾ ਨਹੀਂ ਕਦੋਂ ਵੀ ਆ ਜਾਣਾ। ਸੋ ਬਹੁਤ ਵੱਡਾ ਅੱਜ ਸੌਦਾ ਹੈ। ਸਾਡੇ ਕੋਲ ਬਹੁਤ ਛੋਟੇ ਹਨ, ਸਤਿਗੁਰੂ ਤਲਵਾਰ ਦੇ ਸਕਦੇ ਹਨ। ਸਾਡੇ
ਵੱਡੇ ਵੀਰ ਉਹਨਾਂ ਦੇ ਪਰਮਜੀਤ ਸਿੰਘ ਨੂੰ ਉਹਨਾਂ ਫਰੀ ਕੀਤਾ ਸੀ। ਛੋਟੇ ਭਰਾ ਦੇ ਸਾਰਾ ਜੁੜਾ ਚੁੱਕਿਆ ਸੀ, ਨਹੀਂ ਤੇ ਭਰਾ ਸਾਵਾ ਕੰਮ ਕਰਾਉਂਦੇ ਹਨ। ਚੌਧਰੀ ਜਿਹੜਾ ਭੱਲਾ ਪਰਿਵਾਰ ਦੇ ਵਿੱਚ ਉਹ ਭਰਾ ਹੀ ਆਸਰਾ ਦੇ ਤੇ ਫੇਰ ਹੀ ਬਣਿਆ ਜਾ ਸਕਦਾ। ਬਹੁਤ ਵੱਡੀਆਂ ਇਹਨਾਂ ਦੀਆਂ ਪੰਥਕ ਸੇਵਾਵਾਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨੇ ਸਮੇਂ ਸਮੇਂ ਤੇ ਵਰਤ ਕੀਤੀ। ਇਹਨਾਂ ਨੂੰ ਬਹੁਤ ਮਾਣ ਸਨਮਾਨ ਵੀ ਪਰਿਵਾਰ ਨੂੰ ਹਮੇਸ਼ਾ ਕਰਦਾ ਰਿਹਾ। ਹਮੇਸ਼ਾ ਹੀ ਪੰਥਕ ਸਭਾ ਦੇ ਵਿੱਚ ਮੋਢਿਆਂ ਕਤਾਰਾਂ ਵਿੱਚ ਬਹਿਣ ਵਾਲਾ ਪਰਿਵਾਰ। ਕਿਸਾਨ ਯੂਨੀਅਨ ਦੀ ਵੀ ਅੱਗੇ ਲੱਗ ਕੇ ਬਜ਼ੁਰਗਾਂ ਨੇ ਬਹੁਤ ਯੋਗਦਾਨ ਪਾਇਆ। ਪਰਮਜੀਤ ਸਿੰਘ ਹਮੇਸ਼ਾ ਪਰਿਵਾਰ ਜਿਹੜਾ ਕਿਸਾਨ ਯੂਨੀਅਨ ਨਾਲ ਵਿਚਕਾਰ ਹਨ। ਮਸਲੇ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਲੈ ਕੇ ਮੋਢੇ ਕਤਾਰਾਂ ਵਿੱਚ ਬਹਿਣ ਵਾਲਾ ਹੈ। ਸੋ ਇਹੋ ਜਿਹੇ ਪਰਿਵਾਰ ਤੋਂ ਇਹੋ ਜਿਹਾ ਹੀਰਾ ਚੱਲ ਜਾਣਾ ਇੱਕ ਸਮਾਜ ਨੂੰ ਜਿੱਥੇ ਪਰਿਵਾਰਾਂ ਦੇ ਘਾਟਾ ਹੈ ਹੀ ਹੈ, ਸਮਾਜ ਨੂੰ ਨਾਲ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੈਂ ਬਹੁਤਾ ਪੁੱਛਣਾ ਚਾਹਾਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਵਿਛੜੀ ਹੋਈ ਨੂੰ ਆਪਣੇ ਚਰਨਾਂ 'ਚ ਮਾਰ ਬਖਸ਼ੋ। ਪਿੱਛੇ ਪਰਿਵਾਰ ਨੂੰ ਸੁਣੀਆਂ ਨੂੰ ਭਾਣਾ ਬਣਾ ਮਾਰ ਬਖਸ਼ੋ। ਜੋ ਬਹੁਤ ਵੱਡੀ ਪਰਿਵਾਰ ਨੂੰ ਘਾਟ ਪਈ ਹੈ, ਸਾਰੇ ਸਹਿਯੋਗੀ ਉਹਨਾਂ ਦੇ ਪਰਿਵਾਰ ਦੇ ਬੜੇ ਦਿਲ ਦੇ ਸਾਥੀ ਬੈਠੇ ਹਨ। ਸਾਰੇ ਉਹਨਾਂ ਦਾ ਸਾਥ ਦੇਣਗੇ। ਪਰਮਜੀਤ ਸਿੰਘ ਜੀ ਹੌਸਲਾ ਤਗੜਾ ਹੋ ਕੇ ਅੱਗੇ ਨੂੰ ਵੀ ਚੱਲਣਾ, ਪਰ ਉਹ ਵੀਰ ਦਾ ਲਾਲਾ ਤੇ ਕੋਈ ਨਹੀਂ ਬਣ ਸਕਦਾ। ਸਤਿਗੁਰੂ ਮਿਹਰ ਕਰਨ, ਸਦਾ ਕਾਲ ਸ਼ਕਤੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਬੜੀਆਂ ਗੱਲਾਂ ਕੀਤੀਆਂ ਗਈਆਂ ਔਰ ਵੀਰ ਪਰਮਜੀਤ ਸਿੰਘ ਨੂੰ ਤਗੜਾ ਹੌਸਲਾ ਦਿੰਦਿਆਂ ਉਹਨਾਂ ਨੇ ਆਖਿਆ ਕਿ ਹਰ ਵੇਲੇ ਹਰ ਸੁੱਖ ਵਿੱਚ ਦਿਨ ਰਾਤ ਖੜੇ ਹੋਏ ਹਾਂ। ਗੁਰੂ ਪਾਤਸ਼ਾਹ ਮਹਾਰਾਜ ਕਰਤਾ ਸਰਦਾਰ ਆਖਾ ਸਾਹਿਬ ਦਾ ਦਰਬਾਰ ਦਿਨ ਦੂਣੀ ਰਾਤ ਜੋ ਤਰੱਕੀ ਕਰੇ। ਇਸ ਪਰਿਵਾਰ ਨੂੰ ਹੋ ਕੇ ਕੋਈ ਦੁੱਖ ਨਾ ਆਵੇ। ਇਸ ਸਰਪੰਚ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਟਾਈਮ ਬੜਾ ਕੀਮਤੀ ਹੈ ਔਰ ਇਸ ਰਜੇਵੇਂ ਦੇ ਦਿਨ ਨੇ ਮੈਂ ਇੱਧਰ ਚਾਚਾ ਮਾਰਦਾ ਹਾਂ। ਬੜੀਆਂ ਕਾਰਾਂ ਹਸਤੀਆਂ ਬੈਠੀਆਂ ਨੇ, ਸਾਰੇ ਜਾਣੇ ਪਰਿਵਾਰ ਨਾਲ ਸਾਂਝਾ ਕਰਨ ਵਾਸਤੇ ਆਏ ਨੇ। ਹੁਣ ਮੈਂ ਬੇਨਤੀ ਕਰੂੰਗਾ, ਸਾਡੇ ਇਲਾਕੇ ਦੀ ਬਹੁਤ ਸੁੱਚੀ ਹੋਈ ਹਸਤੀ, ਬਹੁਤ ਸਿਆਣੇ ਮੁਖ ਸੀਨੀਅਰ ਅਕਾਲੀ ਆਗੂ ਹਰਜਾਲ ਸਿੰਘ ਜੀ ਭਾਗ, ਮੇਰੇ ਚੰਗੇ ਨਿਰਦਰ, ਇਸ ਪਰਿਵਾਰ ਦੇ ਚੰਗੇ ਨਿਰਦਰ, ਤੁਹਾਡੇ ਨਗਰ ਦੇ ਇਲਾਕੇ ਦੀ ਸ਼ਾਨ ਹਰਜਾਲ ਸਿੰਘ ਭਾਗ, ਉਹਨਾਂ ਨੂੰ ਬੇਨਤੀ ਕਰੂੰਗਾ ਹਸਤੀ ਤੇ ਆ ਕੇ ਵਿਛੜੇ ਹੋਏ ਵੀਰ ਸਿਕੰਦਰ ਸਿੰਘ ਨੂੰ। ਸਿਕੰਦਰ ਸਿੰਘ ਦੀ 2 ਟਰਮਾਂ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਰਹੇ ਔਰ 2 ਟਰਮਾਂ ਮੈਂਬਰ ਪੰਚਾਇਤ ਰਹੇ। ਬਹੁਤ ਚੰਗੇ ਅਗਾਂਹ ਚੰਗੇ ਉੱਚੇ ਖਿਆਲਾਂ ਵਾਲੇ ਨੌਜਵਾਨ ਸਿਕੰਦਰ ਸਿੰਘ। ਉਸ ਆਪਣੇ ਵਿਛੜੇ ਹੋਏ ਵੀਰ ਨੂੰ ਵੀਰ ਹਰਜਾਲ ਸਿੰਘ ਭਾਗ ਸ਼ਰਧਾਂਜਲੀ ਦੇ 4 ਸ਼ਬਦ ਕਹਿਣਗੇ। 52 ਸਾਲ ਦੀ ਭਾਰਤ ਜਵਾਨਾਂ ਦੇ ਇਸ ਸੰਸਾਰ ਤੋਂ ਚਲੇ ਜਾਣਾ ਉਸ ਪਰਿਵਾਰ ਨੂੰ, ਸਮਾਜ ਨੂੰ ਵੱਖ-ਵੱਖ ਜੋ ਸੰਕਟ ਕਰਨੇ ਭੈਣ ਭਰਾ ਨੇ ਬਹੁਤ ਰੱਖਾ ਹੈ। ਉਹਨਾਂ ਦੇ ਸਰਦਾਰ ਸਿੰਘ ਦਾ ਉਹਨਾਂ ਦੇ ਪਿਆਰੇ ਬੱਚੇ ਜੋਗਨਪ੍ਰੀਤ ਸਿੰਘ, ਉਹਨਾਂ ਦੀ ਬੇਟੀ ਜਸ਼ਨਪ੍ਰੀਤ ਕੌਰ, ਜਿਨ੍ਹਾਂ ਨੇ ਅਜੇ ਆਪਣੇ ਪਿਓ ਦੀ ਛਾਣ ਮੰਨਣਾ ਸੀ, ਉਹਨਾਂ ਤੋਂ ਉਧੇੜੇ ਹੋ ਗਏ। ਬੜੇ ਕਈ ਵਾਰੀ ਮਨ ਆਉਂਦਾ मैं अपना सोचे कहना जिस तरीके वर्लाप करता उसके बच्चे वर्लाप करता उसका कर रहा इंज लगता कि दुनिया में लोग हो गए। और आज के समाज में गल कर लिए रब का सहाय उससे कभी कभी होनी और रब के मुताबिक सारा संसार कुदरत के मुताबिक सारा संसार चल जाता है। उसको बाद रब का सुबह मान हो जाता है। सरदार चंद्र की मां में सरदार आका सिंह जी जेड़े समाज में एक बेटे शान भाईचारा
समाज धार्मिक तौर पर राजनीतिक तौर पर किसानों की गल करने गल की उस तो बाद सरदार सिकंदर सिंह से सरदार रामबंस सिंह जी उन्होंने सरदार सिकंदर सिंह की दुनिया में अलग करते थे। मैं गल करता कि समाज की गल करिए उस बाद डॉक्टर जो मरीज उसको चले जाता कि डॉक्टर ही ओहले समझा जाता मेरा ब्रदर पर जिस दिन के नाल सरदार सिकंदर सिंह कहना कर रहे हैं कि डॉक्टर का बहुत रोष है। इंज लगता है कि डॉक्टर भाईचारा डॉक्टर गिरता जरा वो बदनाम हो चुका है। जी चीज उस व्यक्ति को है ही नहीं, क्योंकि आज के समय में मैं गल करा कोरोना की बड़ी बड़ी दहशत है। जी गल उस व्यक्ति को है ही नहीं, उन्होंने दहशत पा लेनी, दहशत पा के फिर परिवार में मिलना जाना बड़ा दुख होता है। और बड़ी बड़ा दुख है सरदार सिकंदर सिंह जी इस दुनिया के फिर बीमारी से मुझे चले गए। मैं उन्होंने गल करा कि 52 साल की उम्र में भावें जाने का मौका नहीं सी, बहुत वड्डियां गल्लां करके गए हैं। मेरे नाल पिछले 10 साल तो एक कॉर्पोरेट मेंबर रहे, पिछलियां पंचायतों में वो मेंबर रहे, मौजूदा पंचायत में सरदार हरभजन सिंह सरपंच जोड़ के और केंद्र की जी तरक्की वास्ते वो योगदान आ रहे थे, बहुत बढ़िया थी। और ये सारी पंचायत जी लगभग जदों सरदार सिकंदर सिंह पढ़िया खलोंदा सी 6.5 फुट उच्चा जवान भारा जवान और दुश्मन दहशत होती थी और बड़े जोर थी उन्होंने आप दूसरों और आज सारी सत्तर मिलकर पंचायत सरदार हरभजन सिंह जी उन्होंने गिरदे हो गए। मैं बहुत लंबा ना जावा, गर्मी का समा बहुत शख्सियत इस विद्यालय ने सरदार के बेटे पत्रकार भाईचारा आया। सरदार सिकंदर सिंह जी 25 साल बैठे ने बड़े मेरे तो बाद गल तरतीब होंगी है, किसी वेले कोई चीज गलती हो जाती है। सरदार सिंह को आप बाद उन्होंने सरकार चलो जो चंगा हुक्म होता चलना पैंदा। मैं अरदास करदा कि सच्चे पातशाह ਇਹੋ ਜਿਹੀ ਜਿਹੜੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਨੇ ਉਹ ਨਾ ਵਾਪਰਨ। ਪਰਿਵਾਰ ਵਿੱਚ ਵੀ ਪਿਛਲੇ ਸਾਲਾਂ ਤੱਕ ਸਰਦਾਰ ਲਾਖਾ ਸਿੰਘ ਜੀ ਗਏ, ਸਾਡੇ ਮਾਨਯੋਗ ਸਰਦਾਰ ਸਿਕੰਦਰ ਸਿੰਘ ਦੇ ਮਾਤਾ ਜੀ ਜਗਦੀਪ ਕੌਰ ਜੀ ਗਏ। ਉਸ ਤੋਂ ਪਿੱਛੋਂ ਹੁਣ ਜਿਹੜਾ ਪਰਿਵਾਰ ਹੈ ਸੱਚੇ ਪਾਤਸ਼ਾਹ ਇਹਨਾਂ ਨੇ ਚੜ੍ਹਦੀਆਂ ਤੇ ਹੱਥ ਰੱਖੀ। ਪਿਛਲੇ ਦਿਨਾਂ ਤੱਕ ਪਿੰਡ ਭਾਮ ਦੀ ਗੱਲ ਕਰੀਏ तो पिछले 2-3 महीनों में बहुत ही नौजवान हो गया, कोई 52 साल का, कोई 36 साल का, कोई 58 साल का। ये सच्चे पातशाह इस परिवार में अगों प्रतिभान वाले भी पिंड भाम में इन्हां जिहड़ियां दुखदाई घटनावां उन्हां तों बचा के संबंध साहा लिखिया मिलकर पाओ देनो रजत सिद्धियां जो होवे साहिब तो मेर और अरदास करिए कि सच्चे पातशाह सरदार सिकंदर सिंह जी जिन्होंने समय तो पहला लै गए अपने करना धन्यवाद बख्शो। उसके सरदार परमजीत सिंह जी साबका मेंबर, उसके सरदार सतजीत कौर जी, जसनप्रीत सिंह, जोगनप्रीत सिंह, जसनप्रीत कौर होर सारे परिवार दी भैणां संदोई वाले कोट बटवावा वाले सारे परिवार नानी वाला परिवार सारा बैठा सच्चे पातशाह सारे भावां नाल बल दे वाहिगुरू जी का खालसा वाहिगुरू जी की फतेह। कनेडिया जी आए ने ये दे शो को मानवाले से मैं उन्हें हार लूंगा
और जो दो शब्द कहने चाहते हो तो मैं विनती करूंगा कि सरदार मंगल सिंह प्रभात उस स्टेज पे आके जो कहना चाहते हो दो शब्द का बहुत स्वीकार करतियां इस नगर के साथ सारे सरपंच मौजूदा सरपंच सारे बैठे थे साडे रियाड़ी इलाके में इस नगर का बहुत बड़ा नाम है जितना बड़ा इस नगर का नाम है उन्हें बड़े बंदे इस नगर ने पैदा किए बाबा आया सिंह इस नगर ने पैदा किया जिसने बाबा आया सिंह रियाड़ी काला टुकड़वाला इस इलाके में रहता इस इलाके की बच्चियां पढ़ियां वो साडा इलाके का मान मानियां ये नगर बड़ा एक हमेशा बड़े बंदे पैदा करता आया है। मैं बेनती करूंगा सरदार मंगल सिंह जी सीनियर अकाली आगू उस स्टेज पे आके सरदार सिकंदर सिंह बाबा को श्रद्धांजलि देन सोनू जी वो भी बच्चे ने बड़े बड़े समाज सेवी ने सीनियर अकाली आगू ने इसी तरह प्रिंसिपल कैप्टन सिंह जी खाटूवाल वाले इस इलाके में विद्या का दान कर रहे हैं अपनी चंगी अकेडमी चला रहे हैं साफ सुथरे काम कर रहे हैं समाज उन्होंने इज्जत करता है लोग उन्होंने सत्कार करते हैं वो भी बच्चे ने उन्होंने गाना गाता था और मंगल सिंह जी सीनियर अकाली आगू आपने सरदार सिकंदर सिंह जी अंतरवास सारे रिश्तेदार भैन भरा राजनीतिक लीडर सोशल वर्कर सब अरदास सब मौत चाहिए कदों समा होना किसी गुरु ग्रंथ साहब का दर्जा है ये है लिखे हुक्म आए कले आया बना सत्य ठीक आए जे मां बाप का साडे कोल साडा रखड़ा बहुत ही प्यारा सदा रसूल ये कभी भी सानू वापस नहीं मिलना अज उन्हां दा परिवार उन्हां दा बड़ा भाईचारा सरदार मनी सिंह जो बलवंत से अगले जे सारा परिवार जो उन्हां दी धर्म पत्नी उन्हां दे बेटे उन्हां दी बेटी उन्हां दी बेटा अज सारा परिवार साथ जी और ना एक अपील चलती है ना गाली चलती सिर्फ संगत जरूरी है सिर्फ एक अरदास कर सकते हैं पर मेरे तो पहला पाल साहब ने दसिया कि अज डॉक्टरों का की हाल है अज असं डॉक्टर किस तरह अपना दीन दिखा लेने कई बार असं भी लोग सोचते हैं कि जे मां थोड़ी जी बुखार आ रहा बीमारी है असं दवा डॉक्टर को जाते इस करके करना कि साडा बंदा पर बंदे ने बड़े डॉक्टर को जाइदा वो बड़ी फीस बड़े इंजेक्शन कई बार ਇਹੋ ਜਿਹੇ ਇੰਜੈਕਸ਼ਨ ਲਾ ਦਿੰਦਾ ਸਾਡਾ ਬੰਦਾ ਵਾਪਸ ਇਹ ਹਾਲਾਤ ਪਿਛਲੇ ਸਮੇਂ ਦੇ ਵਿੱਚ ਵਾਪਰੇ ਬਹੁਤ ਮੌਤਾਂ ਜਿਹੜੀਆਂ ਨੇ ਲਗਭਗ ਉਹਦੀ ਜ਼ਿੰਮੇਵਾਰੀ ਵਾਲੀ ਇਹ ਡਾਕਟਰ ਬੋਲ ਸਿਰ ਤੇ ਬੋਲ ਨਹੀਂ ਸਕਦਾ वही आवाज नहीं उठाई पर ये बहुत बड़ा धक्का ये बहुत बड़ा धक्का है इस करके सानू अगे तो भी परिवारां दे विच दुख सुख आउंदा पर दुख सुख दे नाल सानू छोटे डॉक्टर को भी बराबरा करना चाहिए मेरे अपील है सारे समाज कई बड़े डॉक्टर को करते हैं ये बड़ी मुश्किलों का सामना करना ना सानू मिलते हैं जो इस तरह का दर्शन करना क्योंकि इस तरह बहुत घटनावां वापरियां ने पिछले समय पर हुण समा बहुत हो गया मैं बहुता समा नहीं लेना जरूर बना ले मैं लास्ट में सारा क्योंकि संगत के लिए गुरु साहब का संगत पर भी बड़ी बड़ी चीज थी जी संगत की अरदास करने पर नहीं जाती अज
सरदार परमजीत सिंह जिहड़ा भरा के नाम दे भरा के सिर ते उहनूं पता नहीं सी करदा काम करदा नहीं सी पता कोई खेतीबाड़ी वाले कामां की परवाह नहीं सी करदा समाज सेवा विच लगा। अज सरदार परमजीत सिंह जी नूं उस परिवार की जिम्मेवारी इस घर की जिम्मेवारी इस खेतीबाड़ी की जिम्मेवारी जी उन्होंने मोटे से बड़ी बड़ा भरा बड़ा रखिया क्योंकि भरावां दी बावां होंदियां ने जो बाहर की जावे दर्द जी बड़ी महसूस जी पापा जी ये बड़ा बड़ा रखिया पर हिदायत के विच ऐसा संगत की गुरु के चरणों च अरदास बेनती करी गई है कि सच्चे पातशाह ये विश्व लोग नु अपने चरणों च नवाज बख्शो पिछे उन्होंने परिवार उन्होंने धर्म पत्नी उन्होंने बेटे नूं बेटी नूं सारे भरावां भैणां नूं पाना बड़ा गल बख्शो इन्नी अहमियत अता कर रजा करना वाहिगुरू जी का खालसा वाहिगुरू दुखा मुसीबतां दे खिलाफ खलोते ने साडे अल्लाह की बहुत वड्डी सत्कार करती हम करना संजीवार आए ने मैं कहंदा उन्हां दे नाल मलकीत सिंह जी मदरा वो आए ने मैं कहंदा ते बेनती करता हां मुख्तियार सिंह जी पप्पा पंडिया जिन्हां ने साडे इलाके दा ही नहीं अपने नगर दा ही नहीं साडे पंजाब दा मान दुनिया भर में बनाया है। कोई बंदा किसी भी पिंड में जाके अंतरराष्ट्रीय पद्धर तक अपनी पहचान बना ले ये बहुत बड़ी बंदे की जिंदगी की प्राप्ति होती है। मुख्तियार सिंह जी पप्पा पंडिया उन्होंने सदा मान रहेगा कि उन्होंने नीले के पिछले उठ के इस पंजाब का मान बढ़के अंतरराष्ट्रीय पद्धर ते साडा सर जिहड़ा किता है वो वीर सिकंदर सिंह बरादरां नूं श्रद्धांजलि देंगे। ये जरा टाइम है सरदार सिकंदर जी बहुत देर वक्त मौत हुई है। इसका बहुत बड़ा काटा परिवार को कहना ही नहीं कहना ही नहीं है। मैं समझता हूँ कि पूरे इलाके में भी काटा है क्योंकि ये सरदार परमजीत सिंह जी इन्होंने छोटे भाई ये जब निकलते से भी तो मैं खुद हर ये तगड़े हो गए ये इन्हों का बहुत ज्यादा जो धाम कपे सरपंच चाचा दादा ये मेरे जो शायद चोले छले बहुत ही नेड़े हो गए काफी पहले साडी कबड्डी तो लै लाए ये साडी बड़ी छुट्टी है। एक काका कहना बड़ा था कि काका पै गया पर ये परिवार दुख मिला ये सारी उम्र जा रहा परमात्मा वाहिगुरू इस परिवार से सुख सादा करनी तगड़ा होके हथ दे लई इन्हां नूं बल बख्शी बच्चां नूं ओह भैण जी जिन्हां ने ये वक्त कटना सारी उम्र बहुत ही औखा है कहना बड़ा भला पर हौसला है ये बड़ा औखा गल है भैण नूं फिर कदे कदे भैण जी असीं उठा के नहीं करते असीं तुहानूं दिलों लाउंदे आ ਜਦੋਂ ਵੀ ਸਾਡੀ ਲੋੜ ਹੋਵੇ ਸਾਨੂੰ ਯਾਦ ਕਰੇਗਾ ਜੀ ਅਸੀਂ ਜ਼ਰੂਰ ਖੜੇ ਹੋਵਾਂਗੇ ਜਿੰਨੇ ਸਾਨੂੰ ਮੁਰਾਦਾਂ ਬਖਸ਼ੇ ਅਸੀਂ ਤੁਹਾਡੀ ਬਹੁਤ ਮਾਰੀਏ ਤੇ ਮੈਂ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰੂੰਗਾ ਇਹ ਵੱਧ ਸਾਥ ਹੋਵੇਗਾ ਕਿਉਂਕਿ ਬਹੁਤ ਵਧੀਆ ਪਰਿਵਾਰ ਜਿਨ੍ਹਾਂ ਨੇ ਬਹੁਤ ਸਾਡੇ ਸਿਆਸਤਦਾਨਾਂ ਦੇ ਵਿੱਚ ਵੀ ਕੰਮ ਕੀਤਾ ਬਹੁਤ ਇੱਕ ਕਰਕੇ ਘਾਟਾ ਸਾਗਰ ਸਿੰਘ ਦਾ बहुत तगड़ा है इन पूरा करना लगे पर कोशिश करिए कि कुछ ना कुछ कामयाबी करिए इन्हां परिवारां करिए जदों भी लोड़ पवे इन्हां नूं असीं बोलीए इत्थे कोई कताई नहीं की कि ये कह दिए कि ये बंदा दोबारा आउणा नहीं आउणा ये सानूं सारा पता नहीं थोड़ी होए साडा दोस्त गुलजार अपनी चेता कबड्डी वाला चेला है अपना वो भी चढ़ाई कर गया अरे 7 तारीख नूं ओहदा हो गया बड़ी बड़ी पढ़ाई कर लिया सिकंदर सिंह ने
दाखिल होया क्योंकि मैं थोड़ा बीमार हो गया सी मैं कभी जाता नहीं पर मैं तो रहा गया कि मैं सिकंदर सिंह से जरूर जाना क्योंकि बड़ा प्यार करता जी जरा बड़ी खेड़ के आया बाबू ते इन्हां घेर लिया रात खपा चपा बड़ियां मारियां ते बड़ा अच्छा था चलो फिर दुआ यही अरदास करदा बाबा गड़ी ये महाराज सच्चे पातशाह वाहिगुरू ये बंदे से सबका मुहब्बत करते हैं ये बंदे अपनी गोद जगह कर ले अगे परिवार तगड़ा हो गए माल माल पानी अलावा पानी सब जगह कर बहुत जिन्ना ने प्रिंसिपल मनमत सिंह जी इथे आए ने हाथ लवाई गई है सुखविंदर सिंह दे साबका सरपंच आए ने हाथ लवाई गई है सरपंच सुरजीत सिंह जी ਉਹਨਾਂ ਦੀ ਹਾਜ਼ਰੀ ਲਗਾਈ ਗਈ ਹੈ ਸਰਪੰਚ ਹਰਦੀਪ ਸਿੰਘ ਜੀ ਹਰਚਵਾਲ ਆਏ ਨੇ ਤਰਸੇਮ ਸਿੰਘ ਜੀ ਪੰਚਾਇਤ ਅਫਸਰ ਆਏ ਨੇ ਸਾਰੀਆਂ ਹਸਤੀਆਂ ਦੀ ਇੱਥੇ ਹਾਜ਼ਰੀ ਲਗਾਈ ਜਾਂਦੀ ਤੇ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਤਰਲੋਕ ਸਿੰਘ ਜੀ ਬਾਠ ਉਸ ਦੇ ਤੇ ਆਣ ਕੇ ਆਪਣੇ ਵਿਛੜੇ ਹੋਏ ਚੰਗੇ ਮਿੱਤਰ ਨੂੰ ਇਸ ਇਲਾਕੇ ਦਾ ਗੱਭਰੂ ਜਿਹੜਾ ਬੜਾ ਹੀ ਅਗਾਂਹ ਵਧੂ ਸੀ ਜਿਹੜਾ ਵਕਤ ਤੋਂ ਪਹਿਲਾਂ ਸਾਡੇ ਕੋਲ ਚਲੇ ਗਿਆ ਚੰਗੇ ਬੰਦਿਆਂ ਦੀ ਪਤਾ ਨਹੀਂ ਉਮਰ ਕਿਉਂ ਛੋਟੀ ਹੁੰਦੀ ਹੈ ਪਰ ਚੰਗੇ ਬੰਦੇ ਆਪਣੀ ਛੋਟੀ ਉਮਰ ਵਿੱਚ ਕੰਮ ਉਹ ਕਰਕੇ ਜਾਂਦੇ ਨੇ ਸਦਾ ਸਰਦਾਰੀ ਸੰਸਾਰ ਤੇ ਅਮਰ ਹੋ ਜਾਂਦੇ ਸਰਦਾਰ ਭਗਤ ਸਿੰਘ ਜੇ ਨਾ ਫਾਂਸੀ ਚੜ੍ਹਦਾ ਹੁਣ ਨੂੰ ਬੁੱਢਾ ਹੋ ਕੇ ਹੱਡ ਰੋਲ ਕੇ ਮਰ ਤੇ ਜਾਣਾ ਸੀ ਪਰ 23 ਸਾਲ ਦੀ ਉਮਰ 'ਚ ਉਹ ਨੌਜਵਾਨ ਜੋ ਕੁਝ ਕਰਕੇ ਫਾਂਸੀ ਦਾ ਫੰਦਾ ਚੁੰਮ ਗਿਆ ਦੁਨੀਆ ਤੇ ਸਰਦਾਰੀ ਅਮਰ ਹੋ ਗਿਆ ਕੂਕੇ ਉਡਾਏ ਜਾ ਰਹੇ ਸਨ ਮਲੇਰਕੋਟਲੇ ਦੇ ਰੱਕੜ ਵਿੱਚ ਕੂਕੇ ਤੋਪਾਂ ਨਾਲ ਉਡਾਏ ਜਾ ਰਹੇ ਸਨ 59 ਕੂਕਿਆਂ ਵਿੱਚ ਖੜਾ ਇੱਕ ਵਰਿਆਮ ਸਿੰਘ ਛੋਟੀ ਉਮਰ ਦਾ ਬੱਚਾ ਅੰਗਰੇਜ਼ ਨੇ ਕਾਮਨ ਨੇ ਕਿਹਾ ਵਰਿਆਮ ਸਿੰਘ ਤੈਨੂੰ ਸਰਕਾਰ ਮਾਫ ਕਰਦੀ ਹੈ ਕਿਉਂਕਿ ਤੇਰਾ ਜਿਹੜੀ ਤੇਰੀ ਛਾਤੀ ਹੈ ਅੰਗਰੇਜ਼ ਦੇ ਗੋਲੇ ਦੇ ਫਿੱਟ ਨਹੀਂ ਆਉਂਦੀ ਤੂੰ ਅਜੇ ਬੱਚਾ ਤਰਸ ਆ ਗਿਆ ਵਰਿਆਮ ਸਿੰਘ ਕੂਕੇ ਨੇ ਟੀਮਾਂ ਇਕੱਠੀਆਂ ਕੀਤੀਆਂ ਉੱਚਾ ਹੋ ਕੇ ਖਲੋ ਗਿਆ अंग्रेज अफसर ਨੂੰ ਕਹਿੰਦਾ ਹੁਣ ਤੇਰੀ ਤੋਪ ਦਾ ਗੋਲਾ ਮੇਰੀ ਛਾਤੀ ਦੇ ਮੇਚ ਆਊਗਾ ਕਿਉਂਕਿ ਮੈਂ ਆਪਣੇ ਭਰਾਵਾਂ ਦੇ ਖਾਨ ਦਾ ਆਪਣਾ ਕਦ ਕਰਦਾ ਉੱਠ ਗਿਆ ਪਰ ਵਰਿਆਮ ਸਿੰਘ ਨੂੰ ਜਦੋਂ ਤੱਕ ਸਾਡੇ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲਦੀ ਰਹੂ ਟਾਡੀ ਕਵੀਸ਼ਰ ਕਥਾਵਾਚਕ ਪ੍ਰਚਾਰਕ ਜਦੋਂ ਤੱਕ ਦੇਸ਼ ਦੀ ਆਜ਼ਾਦੀ ਦੀ ਗੱਲ ਕਰਿਆ ਕਰਨਗੇ ਕੂਕਿਆਂ ਦੇ ਇਤਿਹਾਸ ਵਿੱਚ ਵਰਿਆਮ ਸਿੰਘ ਨੂੰ ਯਾਦ ਕੀਤਾ ਜਾਏ ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ 14 ਸਾਲ ਦੀ ਉਮਰ 'ਚ ਉਹ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਆਣ ਕੇ ਕੁੱਦ ਪਿਆ ਫਾਂਸੀ ਤੇ 17-18 ਸਾਲ ਦੀ ਉਮਰ 'ਚ ਚੜ ਗਿਆ ਪਰ ਉਹ ਸਦਾ ਅਮਰ ਰਹੇਗਾ ਚੰਗੇ ਬੰਦੇ ਜਿਨ੍ਹਾਂ ਨੇ ਵੱਡੇ ਬਾਣ ਕੇ ਮਾਰਨੇ ਹੁੰਦੇ ਨੇ ਉਹ ਜੋ ਕੁਝ 80-90 ਸਾਲ ਤੱਕ ਕਰਨਾ ਹੁੰਦਾ ਉਹ 30-35-40 ਸਾਲ ਤੱਕ ਕਰਕੇ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਜਾਂਦੇ ਨੇ ਔਰ ਸੰਸਾਰ ਸਦਾ ਉਹਨਾਂ ਨੂੰ ਯਾਦ ਕਰਦਾ ਉਹਨਾਂ ਵਿੱਚੋਂ ਸੀ ਵੀਰ ਸਿਕੰਦਰ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ सरदार तरलोक सिंह जी बाठ मेरे नाल खड़े ने मैं बेनती करूंगा बाठ साहब आन के 4 शब्द श्रद्धांजलि लिखे ग्रंथ साहब जी की पावन पवित्र हजूरी च विराजमान गुरु रूप गुरु प्यारी साध संगत जी गुरु फतेह प्रवान करो वाहिगुरू जी का खालसा वाहिगुरू जी की फतेह गुरु साहब का फरमान है सूरज किरण मिले जल का जल हुआ राम ज्योति ज्योत रली संपूर्ण थी आराम बड़े दुखदाई समय से इकट्ठे हुए हैं साडा वीर सिकंदर सिंह जी जो साडे नहीं रहा गुरु महाराज वालों जिन्नी आजू उन्होंने बख्शी वो भोग के इस फानी दुनिया तो सदा लिए कूच कर गया बड़ा औखा है अज के समय ते कुछ कहना मन में बड़िया गल्लां ने पर पता नहीं किहड़ी गल तो शुरू करा ते कित्थे आके खत्म करा इंसान की जिंदगी च बड़िया कुछ इहो जिहियां गल्लां ने जिहड़ियां बड़ियां कौड़ियां ने सच बहुत कौड़ा है मौत उस तो बद कौड़ी
ਤੇ ਤੀਸਰਾ ਸ਼ਬਦ ਹੈ ਜਿਹੜਾ ਸਰਦਾਰ ਸਿਕੰਦਰ ਸਿੰਘ ਦੀ ਫੋਟੋ ਦੇ ਸਾਹਮਣੇ ਲਿਖਿਆ ਨਾ, ਲੇਟ, ਉਹ ਉੱਥੋਂ ਲਿਖਾਉਂਦਾ। ਅਸੀਂ ਸਾਰੇ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਜਦੋਂ ਏਡੀ ਘੱਟ ਉਮਰ ਦੇ ਵਿੱਚ ਫੋਟੋ ਦੇ ਅੱਗੇ ਇਹ ਸ਼ਬਦ ਲਿਖਿਆ ਜਾਵੇ ਨਾ, ਤੇ ਬਹੁਤ ਵੱਡਾ ਇੱਕ ਖਲਾਅ ਪੈਦਾ ਹੋ ਜਾਂਦਾ ਸਾਧ ਸੰਗਤ ਜੀ। ਬਹੁਤ ਵੱਡਾ ਇੱਕ ਤੂਫਾਨ, ਜਿਹਨੂੰ ਆਪਾਂ ਸੁਨਾਮੀ ਕਹਿ ਦਿੰਦੇ ਨਾ, ਉਹ ਆ ਜਾਂਦਾ ਪਰਿਵਾਰਾਂ 'ਚ। ਉਹ ਸੁਨਾਮੀ ਨੇ ਕਦੋਂ ਸ਼ਾਂਤ ਹੋਣਾ, ਇਹ ਖਲਾਅ ਨੇ ਕਦੋਂ ਮੁੱਕਣਾ, ਇਹ ਇਨਸਾਨ ਨਹੀਂ ਜਾਣਦਾ, ਇਹ ਸੱਚੇ ਪਾਤਸ਼ਾਹ ਜਾਣਦਾ ਹੈ। ਅੱਜ ਕੋਈ ਸੱਜਣ ਬੋਲ ਕੇ ਗਏ ਨੇ, ਆਪਣੇ ਮਨ ਦੇ ਵਲਵਲੇ ਤੁਹਾਡੇ ਨਾਲ ਸਾਂਝੇ ਕੀਤੇ ਆ, ਤੇ ਤੁਸੀਂ ਜਿਹੜੀ ਸਾਰੀ ਸਾਧ ਸੰਗਤ ਬੈਠੀ ਆ, ਤੁਹਾਡੇ ਸਾਰਿਆਂ ਦੇ ਮਨਾਂ 'ਚ ਕੁਛ ਨਾ ਕੁਛ ਹੈ। ਪਰਿਵਾਰ ਦੇ ਪ੍ਰਤੀ, ਸਰਦਾਰ ਪਰਮਜੀਤ ਸਿੰਘ ਦੇ ਪ੍ਰਤੀ, ਸਿਕੰਦਰ ਸਿੰਘ ਦੇ ਬੱਚਿਆਂ ਦੇ ਪ੍ਰਤੀ ਬੜਾ ਕੁਛ ਹੈ। ਪਰ ਆਪਾਂ ਸਾਰਿਆਂ ਨੇ ਕੁਛ ਨਾ ਕੁਛ ਸ਼ਬਦ ਕਹਿ ਕੇ, ਜੋ ਜਿੰਨੀ ਸਾਨੂੰ ਹਮਦਰਦੀ ਹੈ, ਅਸੀਂ ਆਪੋ ਆਪਣੇ ਰਾਹ ਪੈ ਜਾਣਾ। ਤੇ ਗੁਰਬਾਣੀ ਇਹ ਵੀ ਗੱਲ ਕਹਿੰਦੀ ਹੈ ਕਿ ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ। ਇਹ ਸਾਧ ਸੰਗਤ ਜੀ ਉਹਨੂੰ ਪਤਾ ਹੈ ਜਿਹੜਾ ਬੀਤਦੀ ਹੈ। ਪੁਰਾਣੇ ਸਮੇਂ 'ਚ ਕਹਿੰਦੇ ਪਿੰਡਾਂ 'ਚ ਭਾਂਡੇ ਵਿਕਣੇ ਆਉਂਦੇ ਸਨ, ਤੇ ਜਦੋਂ ਕਿਸੇ ਨੇ ਭਾਂਡਾ ਲੈਣਾ ਤੇ ਉਹਨੂੰ ਚੰਗੀ ਤਰ੍ਹਾਂ ਟਣਕਾ ਕੇ ਵੇਖਣਾ ਕਿ ਪੱਕਾ ਹੋ ਕਿ ਕੱਚਾ ਹੈ। ਪਰ ਸਾਧ ਸੰਗਤ ਦੀ ਜਿਹੜੀ ਅੱਗ ਦੇ ਵਿੱਚ ਉਹ ਭਾਂਡਾ ਤਪ ਕੇ ਆਇਆ ਨਾ, ਕਦੀ ਕਿਸੇ ਨੇ ਭਾਂਡੇ ਨੂੰ ਨਹੀਂ ਪੁੱਛਿਆ ਕਿ ਤੈਨੂੰ ਕਿੰਨਾ ਸੇਕ ਲੱਗਾ, ਤੂੰ ਕਿੰਨੀ ਅੱਗ ਦੇ ਵਿੱਚੋਂ ਦੀ ਬਲ ਕੇ ਆਇਆ, ਇਹ ਉਹੀ ਜਾਣਦਾ ਹੈ। ਅੱਜ ਬੜਾ ਦੁਖਦਾਈ ਸਮਾਂ ਵਾ। ਸਿਕੰਦਰ ਸਿੰਘ ਦਾ ਉਹ ਜਾਣ ਦਾ ਵਕਤ ਨਹੀਂ ਸੀ, ਪਰ ਫਿਰ ਗੱਲ ਉਹੀ ਹੈ ਕਿ ਸੰਤ ਮਹਾਂਪੁਰਸ਼ ਵੀ ਕਹਿੰਦੇ ਆ ਕਿ ਉਹਦੇ ਹੁਕਮ ਤੋਂ ਬਿਨਾਂ ਪਤਾ ਵੀ ਨਹੀਂ ਹਿਲਦਾ। ਤੇ ਅੱਜ ਉਹ ਇਹੋ ਜਿਹਾ ਪਤਾ ਹਿਲਾ ਕੇ ਗਿਆ ਕਿ ਜੋ ਕਿ ਭਾਣਾ ਮਰਨਾ ਅੱਜ ਔਖਾ ਹੋ ਗਿਆ। ਗੁਰੂ ਮਿਹਰ ਕਰੇ, ਮੈਂ ਜ਼ਿਆਦਾ ਸ਼ਬਦ ਨਾ ਕਹਾਂ, ਸੱਚੇ ਪਾਤਸ਼ਾਹ ਮਿਹਰ ਕਰੇ ਸਾਰੇ ਪਰਿਵਾਰ ਤੇ। ਅੱਜ ਜੇ ਆਪਾਂ ਇਹ ਵੀ ਗੱਲ ਕਹਿ ਦਈਏ ਕਿ ਭਾਣਾ ਮੰਨੋ, ਪਰ ਬੜਾ ਔਖਾ ਹੈ, ਪਰ ਜੇ ਅਸੀਂ ਮੰਨਾਂਗੇ ਤਾਂ ਨਹੀਂ ਤਾਂ ਹੋਰ ਸਾਡੇ ਕੋਲ ਚਾਰਾ ਵੀ ਕੋਈ ਨਹੀਂ। ਗੁਰੂ ਮਿਹਰ ਕਰੇ, ਸੱਚੇ ਪਾਤਸ਼ਾਹ ਉਸ ਪਾਕ ਪਿੱਤਰ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਾਡੀਆਂ ਇਹੀ ਅਰਦਾਸਾਂ ਬੇਨਤੀਆਂ। ਤੇ ਅਖੀਰ ਵਿੱਚ ਕਬੀਰ ਸਾਹਿਬ ਦਾ ਪਾਕ ਪਿੱਤਰ ਸ਼ਲੋਕ ਕਹਿਤ ਕਬੀਰ ਸੁਨੋਰੇ ਸੰਤੋ ਖੇਤੀ ਕਰੋ ਨਵੇੜਾ, ਅਬ ਕੀ ਬਾਰ ਬਖਸ਼ ਦੇਖੋ ਫੇਰ ਨਾ ਪਹੁੰਚ ਮੇਰਾ। ਇਹਨਾਂ ਕੁਛ ਕਹਿੰਦਾ ਕਮਾਂ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਵਿੱਤਰ ਗੋਦ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਦੁਖੀ ਹਿਰਦੇ ਨਾਲ ਸਾਨੂੰ ਸਿਕੰਦਰ ਸਿੰਘ ਦੀ ਮੌਤ ਤੇ ਜੋ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਆ, ਪਰਿਵਾਰ ਨੂੰ ਤਾਂ ਪਿਆ ਹੀ ਆ, ਨਾਲ ਸਾਡੇ ਪਿੰਡ ਨੂੰ, ਨਗਰ ਨੂੰ, ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਆ। ਤੇ ਮੈਂ ਸੋਚਦਾ ਜਿਹੜਾ ਸਾਡੀ ਪੰਚਾਇਤ ਨੂੰ ਪਿਆ ਆ, ਉਹ ਵੀ ਬਹੁਤ ਹੀ ਨਾ ਪੂਰਾ ਹੋਣ ਵਾਲਾ ਘਾਟਾ ਆ। ਇੰਨਾ ਸਿਆਣਾ ਤੇ ਇੰਨਾ ਸੂਝਵਾਨ ਬੰਦਾ ਸਾਡੇ ਕੋਲ ਖੁੱਸ ਗਿਆ। ਤੇ ਕਿੰਨੇ ਦੁੱਖ ਦੇ ਵਿੱਚ ਮੈਂ ਗੱਲ ਨਹੀਂ ਕਰ ਸਕਦਾ, ਪਰ ਹਮੇਸ਼ਾ ਹੀ ਉਸਨੇ ਜਦੋਂ ਵੀ ਕਿਤੇ ਕੋਈ ਫੈਸਲੇ ਦੀ ਗੱਲ ਹੁੰਦੀ ਸੀ ਤਾਂ ਹਮੇਸ਼ਾ ਹੀ, ਕਿਉਂਕਿ ਸਿਕੰਦਰ ਸਿੰਘ ਮੇਰਾ ਭਤੀਜਾ ਲੱਗਦਾ ਸੀ, ਹਮੇਸ਼ਾ ਉਹਨੇ ਕਹਿਣਾ ਚਾਚਾ ਆਪਾਂ ਉੱਥੇ ਜਿਹੜੀ ਵੀ ਗੱਲ ਆ ਸੱਚੀ ਕਰਨੀ ਆ, ਆਪਾਂ ਕੋਈ ਪੱਖਪਾਤ ਦੀ ਤਰ੍ਹਾਂ ਨਹੀਂ ਕਰਨੀ। ਤਾਂ ਹਮੇਸ਼ਾ ਮੈਨੂੰ ਇਹ ਗੱਲ ਮੈਨੂੰ ਬੜੀ ਵਧੀਆ ਲੱਗਣੀ। ਮੈਂ ਕਹਿੰਦਾ ਸਾਡੇ ਸੋਚ ਦਾ ਧਾਰਨੀ ਆ, ਬਹੁਤ ਚੰਗਾ। ਤੇ ਸਾਨੂੰ ਇਹਦਾ ਬਹੁਤ ਵੱਡਾ ਦੁੱਖ ਆ, ਨਾ ਪੂਰਾ ਹੋਣ ਵਾਲਾ ਘਾਟਾ ਪਿਆ ਆ। ਤੇ ਮੈਂ ਪਰਮਜੀਤ ਨੂੰ ਕਹਾਂਗਾ, ਅਸੀਂ ਪਰਮਜੀਤ ਤੁਹਾਡੇ ਪਰਿਵਾਰ ਨਾਲ ਪਹਿਲਾਂ ਇਹ ਸਾਰਾ ਹੈ ਹੀ ਸਾਡਾ ਪਰਿਵਾਰ ਆ, ਪਰ ਫਿਰ ਵੀ ਮੈਂ ਇਹਨਾਂ ਨੂੰ ਕਹਾਂਗਾ ਵੀ ਅਸੀਂ ਸਿਕੰਦਰ ਦੀ ਜਗ੍ਹਾ ਦੇ ਬਾਹਾਂ ਬਣ ਕੇ ਪਰਮਜੀਤ ਦੇ ਨਾਲ ਚੱਲਾਂਗੇ।
ਸਾਡੀ ਪੰਚਾਇਤ ਉਹਦੇ ਨਾਲ ਚੱਲੇਗੀ, ਸਾਰਾ ਪਿੰਡ ਮੇਰਾ ਕਹਿ ਉਹਦੇ ਨਾਲ ਚੱਲੇਗਾ ਤੇ ਆਪਾਂ ਹਮੇਸ਼ਾ ਇਹਨਾਂ ਦੇ ਨਾਲ ਰਹਾਂਗੇ। ਇੰਨੀਆਂ ਹੀ ਗੱਲਾਂ ਕਹਿੰਦਾ ਹੈ ਖੇਮਾ ਦਾ ਜਾਚਕਾਂ। ਇੱਕ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਕੈਬਨਿਟ ਮੰਤਰੀ ਪੰਜਾਬ, ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਭੋਗ ਤੇ ਪਹੁੰਚਣਾ ਸੀ, ਉਹਨਾਂ ਦਾ ਉਹ ਸੈਸ਼ਨ ਅੱਗੇ ਵਧਣ ਕਰਕੇ ਉਹ ਨਹੀਂ ਆ ਸਕੇ। MLA ਸਰਦਾਰ ਬਲਵਿੰਦਰ ਸਿੰਘ ਜੀ ਲਾਡੀ, ਉਹਨਾਂ ਵੀ ਆਉਣਾ ਸੀ, ਅੱਜ ਉਹ ਨਹੀਂ ਆ ਸਕੇ। ਬਾਜਵਾ ਸਾਹਿਬ ਨੇ ਆਪਣੇ ਬੇਟੇ ਚੇਅਰਮੈਨ ਰਵੀ ਨੰਦਨ ਸਿੰਘ ਜੀ ਬਾਜਵਾ ਨੂੰ ਸਵੇਰੇ ਭੇਜਿਆ ਸੀ, ਉਹ ਘਰੋਂ ਹੋ ਕੇ ਗਏ ਕਿਉਂਕਿ ਉਹਨਾਂ ਨੂੰ ਅੱਜ ਰਜੇਵੇਂ ਜ਼ਿਆਦਾ ਹੋਣ ਕਰਕੇ ਉਹ ਪਹਿਲਾਂ ਆ ਗਏ ਸੀ। ਇੰਨੀਆਂ ਗੱਲਾਂ ਮੈਂ ਕਹਿੰਦਾ ਆ ਖੇਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕੀਤਾ ਜਾਂਦਾ ਹੈ। ਇਸ ਦੁੱਖ ਦੀ ਘੜੀ ਵਿੱਚ ਤੁਸੀਂ ਦੁੱਖ ਵੰਡਾਉਣ ਵਾਸਤੇ ਆਏ ਹੋ। ਸਾਰੇ ਜਾਣੇ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਆਏ ਹੋ ਕਿ ਸਤਿਗੁਰੂ ਇਸ ਤੋਂ ਅੱਗੇ ਇਸ ਪਰਿਵਾਰ ਉੱਤੇ ਮਿਹਰ ਭਰਿਆ ਹੱਥ ਰੱਖਿਓ, ਇਸ ਪਰਿਵਾਰ ਨੂੰ ਸਦਾ ਹੀ ਸੁੱਖ ਪ੍ਰਦਾਨ ਕਰਿਓ, ਇਸ ਪਰਿਵਾਰ ਨੂੰ ਸਦਾ ਹੀ ਇੱਜ਼ਤਾਂ ਬਖਸ਼ਿਓ, ਇਸ ਪਰਿਵਾਰ ਨੂੰ ਅੰਨ ਧਨ ਦੀ ਕਦੇ ਕੋਈ ਟੋਟ ਨਾ ਆਉਣ ਦਿਓ। ਔਰ ਬੋਲਣ ਵਾਲੇ ਸਾਰੇ ਬੁਲਾਰਿਆਂ ਨੇ ਵੀਰ ਪਰਮਜੀਤ ਸਿੰਘ ਨੂੰ ਬਹੁਤ ਤਕੜਾ ਹੌਸਲਾ ਦਿੱਤਾ ਔਰ ਜਿਹੜੇ ਨਹੀਂ ਵੀ ਬੋਲ ਸਕੇ ਉਹਨਾਂ ਦੀ ਹਮਦਰਦੀ ਸਟੇਜ ਤੇ ਬੋਲਣ ਵਾਲਿਆਂ ਨਾਲੋਂ ਜ਼ਿਆਦਾ ਹੈ ਇਸ ਪਰਿਵਾਰ ਨਾਲ। ਅਸੀਂ ਤੇ ਜਿਹੜੇ ਸ਼ਬਦ ਸੀ ਉਹ ਕਹਿ ਤੇ ਤੁਸੀਂ ਸੁਣ ਲਏ। ਤੁਹਾਡੇ ਦਿਲ ਵਿੱਚ ਪਤਾ ਨਹੀਂ ਕਿੰਨਾ ਕਿੰਨਾ ਪਿਆਰ ਹੈ, ਕਿੰਨੀ ਕਿੰਨੀ ਹਮਦਰਦੀ ਹੈ। ਤੁਸੀਂ ਸਾਡੇ ਤੋਂ ਵੱਧ ਹਮਦਰਦ ਹੋ ਜਿਹੜੇ ਨਹੀਂ ਬੋਲ ਸਕੇ। ਬਾਬਾ ਜੀ ਹੋਰੀ ਮਸੀਤ ਵਾਲੇ ਨਿਹੰਗ ਸਿੰਘ ਫੌਜਾਂ ਤਰਨੇਦਾਰ ਵੱਲੋਂ ਆਏ ਨੇ, ਉਹਨਾਂ ਦਾ ਵੀ ਧੰਨਵਾਦ। ਸਾਰੀ ਸੰਗਤ ਦਾ ਧੰਨਵਾਦ। ਸਰਪੰਚ ਸਾਹਿਬ ਬੋਲਦੇ ਬੋਲਦੇ ਭਾਵੁਕ ਹੋ ਗਏ। ਬੜੇ ਸੱਚੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕਿਸੇ ਦੇ ਦੁੱਖ ਵਿੱਚ ਜਾ ਕੇ ਦਿਲ ਪਿਘਲ ਜਾਂਦਾ। ਆਮ ਬੰਦਾ ਮਗਰਮੱਛ ਦੇ ਅੱਥਰੂ ਤੇ ਸੁੱਟ ਸਕਦਾ ਹੈ, ਪਰ ਇਸ ਤਰ੍ਹਾਂ ਬੋਲ ਉਹਨਾਂ ਦੇ ਥਰ ਫਰਾਉਂਦੇ ਨੇ। ਮਨ ਉਹਨਾਂ ਦਾ ਭਰਦਾ ਹੈ ਜਿਨ੍ਹਾਂ ਵਿੱਚ ਇਨਸਾਨੀਅਤ ਹੁੰਦੀ ਹੈ। फरिश्ते से बढ़ना है इंसान बेहतर, मगर इससे लगती है मेहनत ज्यादा। इंसान बनना बड़ा जरूरी है और इंसान बनने वास्ते बड़ी मेहनत करनी पैदी है। चंगे इंसान हरतेज सिंह जी मौजूदा सरपंच, उन्होंने मन भर आया। सरदार सिकंदर सिंह को श्रद्धांजलि देंदियां मैं फिर एक बारी सारी संगत का धन्यवाद करता हाँ ते बेनती करता हाँ सिकंदर सिंह होरां दे सुपुत्र जोबनप्रीत सिंह नूं ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਉਣ, ਉਹਨਾਂ ਦੀ ਦਸਤਾਰਬੰਦੀ ਕੀਤੀ ਜਾਏ। ਜੋਬਨਪ੍ਰੀਤ ਸਿੰਘ ਸਿਕੰਦਰ ਸਿੰਘ ਹੋਰਾਂ ਦਾ ਬੇਟਾ, ਪਰਮਜੀਤ ਸਿੰਘ ਹੋਰਾਂ ਦਾ ਭਤੀਜਾ, ਸਰਦਾਰ ਲੱਖਾ ਸਿੰਘ ਹੋਰਾਂ ਦਾ ਪੁੱਤਰਾ, ਉਹ ਆਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਬਹਿ ਗਏ। ਕਾਕੇ ਵੱਲ ਵੇਖ ਕੇ ਮਨ ਨੂੰ ਤਸੱਲੀ ਹੋਈ ਹੈ ਕਿ ਕਾਕਾ ਆਪਣੇ ਪਰਿਵਾਰ ਨੂੰ ਸਾਂਭ ਲਏਗਾ, ਆਪਣੇ ਤਾਏ ਦਾ ਪੂਰਾ ਸਾਥ ਦੇਗਾ। ਨੇਕ ਪਿਓ ਦਾ ਪੁੱਤ ਹੈ। नेक बापू दे पुत्र हमेशा नेक काम करते। नेक बंदा भरा दा चंगा भरा हुंदा, नेक बंदा औरत दा चंगा पति हुंदा, नेक बंदा रिश्तेदारां दा चंगा रिश्तेदार हुंदा, अपने बच्चों दा चंगा बाप हुंदा, नेक इंसान। सो नेक प्यो सिकंदर सिंह दा पुत्र है जोबनप्रीत सिंह। इस तो वड्डियां आसां ने और चढ़दी कला दी अरदास करते हैं। बोले सत श्री अकाल। बोलदिया होइयां भुल्लां चुकां दी माफी। वाहिगुरू जी का खालसा, वाहिगुरू जी की फतेह।